आकाशवाणी दा पटियाला केंद्र है। इस वेले सवेर दे ठीक 11:30 होए ने। पेश है प्रोग्राम रेडियो क्लासरूम। रेडियो क्लासरूम। प्यारे विद्यार्थियों, अज दा पहला रेडियो क्लासरूम प्रोग्राम लेके थोड़ी सेवा च हाजिर हां। इस प्रोग्राम च अज 6वीं जमात दे विद्यार्थी विज्ञान विषय दे पाठ सजीव अते उन्हां दा चौगिरदा बारे जानकारी हासिल करनगे अपनी अध्यापका बीबा सोनिया चहल कोलों। आओ ये जानकारी लेने आ। सुनने वाले सारे श्रोतियों ਨੂੰ ਸਤਿ ਸ਼੍ਰੀ ਅਕਾਲ। मैं डॉक्टर सोनिया चहल, साइंस मिस्ट्रेस, सरकारी कन्या सीनियर सेकेंडरी स्कूल सनौर, जिला पटियाला। अज अपने नन्हे मुन्ने 6वीं जमात के विद्यार्थियों लिए चौगिरदे संबंधी वैज्ञानिक जानकारी लैके हाजिर हाँ। तो बच्चों, अज अपनी चर्चा का विषय है 6वीं जमात का पाठ संजीव अते उन्हां दा चौगिरदा, द लिविंग ऑर्गेनिजम्स एंड देयर सराउंडिंग्स। बच्चों, ਆਪਾਂ ਛੁੱਟੀਆਂ 'ਚ ਕਈ ਰੋਮਾਂਚਿਕ ਥਾਵਾਂ ਦੀ ਸੈਰ ਕਰਨ ਲਈ ਜਾਂਦੇ ਆ। ਹੁਣ ਕਈ ਤਾਂ ਸੋਚ ਰਹੇ ਹੋਣੇ ਆ ਮੇਰੀ ਆ ਗੱਲ ਸੁਣ ਕੇ ਵੀ ਜੀ ਅਸੀਂ ਤਾਂ ਨਾਨਕੇ, ਦਾਦਕੇ, ਭੂਆ ਜਾਂ ਮਾਸੀ ਦੇ ਘਰ ਜਾਂਦੇ ਆ, ਕਿਸੇ ਹੋਰ ਰੋਮਾਂਚਿਕ ਥਾਂ ਤੇ ਨਹੀਂ ਗਏ। ਪਰ ਬੱਚਿਓ, ਸਾਰੇ ਸਥਾਨ ਇੱਕੋ ਜਿਹੇ ਨਹੀਂ ਹੁੰਦੇ। ਵੱਖ-ਵੱਖ ਖੇਤਰਾਂ ਦਾ ਚੌਗਿਰਦਾ ਵੱਖਰਾ ਵੱਖਰਾ ਹੁੰਦਾ। ਮੇਰੀ ਇੱਕ ਸਹੇਲੀ ਸੀ, ਉਹਦੀ ਭੂਆ ਰਾਜਸਥਾਨ ਦੇ ਕਿਸੇ ਪਿੰਡ 'ਚ ਰਹਿੰਦੀ ਸੀ ਤੇ ਜਦੋਂ ਆਪਣੀ ਭੂਆ ਦੇ ਘਰੋਂ ਜਾ ਕੇ ਆਉਂਦੀ ਨਾ ਤਾਂ ਬੜੀਆਂ ਨਵੀਆਂ ਗੱਲਾਂ ਦੱਸਦੀ, ਜਿਹੜੀਆਂ ਮੈਦਾਨੀ ਖੇਤਰ ਦੀ ਬਨਸਪਤੀ ਤੇ ਜੰਤੂਆਂ ਤੋਂ ਬਹੁਤ ਭਿੰਨ ਹੁੰਦੀਆਂ ਸੀ। ਤੇ ਇਸੇ ਤਰ੍ਹਾਂ ਨਾ ਕਾਲਜ 'ਚ ਜਾ ਕੇ ਮੇਰੀ ਇੱਕ ਹੋਰ ਫਰੈਂਡ ਬਣੀ ਤੇ ਉਹਦੇ ਨਾਨਕੇ ਸ਼ਿਮਲੇ ਸੀਗੇ ਤੇ ਉਹ ਵੀ ਉਸ ਖੇਤਰ ਦੀਆਂ ਰੌਚਕ ਗੱਲਾਂ ਆ ਕੇ ਸਾਡੇ ਨਾਲ ਸਾਂਝੀਆਂ ਕਰਦੀ ਸੀ। ਚਲੋ ਫਿਰ ਹੁਣ ਸ਼ੁਰੂ ਕਰਦੇ ਆ ਆਪਣੇ ਚੌਗਿਰਦੇ ਦੀ ਗੱਲ। ਤਾਂ ਪਹਿਲਾਂ ਰੇਗਿਸਤਾਨ ਤੋਂ ਸ਼ੁਰੂ ਕਰਦੇ ਆ। ਤੇ ਤੁਹਾਨੂੰ ਪਤਾ ਹੈ ਵੀ ਆਪਣੇ ਦੇਸ਼ ਦਾ ਜਿਹੜਾ ਇਲਾਕਾ ਹੈਗਾ ਜੋ ਜ਼ਿਆਦਾਤਰ ਮਾਰੂਥਲੀ ਹੈ ਉਹ ਰਾਜਸਥਾਨ ਦਾ ਹੈ। ਤੇ ਇਸ ਮਾਰੂਥਲੀ ਇਲਾਕੇ ਵਿੱਚ ਪਾਣੀ ਬਹੁਤ ਘੱਟ ਮਾਤਰਾ 'ਚ ਮੌਜੂਦ ਹੁੰਦਾ ਹੈ। ਇੱਥੇ ਦਿਨ ਬਹੁਤ ਗਰਮ ਪਰ ਰਾਤਾਂ ਠੰਡੀਆਂ ਹੁੰਦੀਆਂ ਹਨ। ਡੈਜ਼ਰਟਸ ਆਰ ਯੂਜ਼ਲੀ ਵੈਰੀ ਹੌਟ during daytime. Temperature may reach up to 45 degrees Celsius to 50 degrees Celsius. And very cold at night. They get very little rainfall. Annual rainfall is less than 25 centimeter. So there is very little water available in the deserts. फिर भी बच्चों, मारूथल विच बहुत सारे प्लांट्स ते एनिमल्स मिलते ने। चलो ਆਪਾਂ ਸਮਝਦੇ ਹਾਂ ਕਿ ਇਹਨਾਂ ਜੀਵਾਂ ਤੇ ਪੌਦਿਆਂ ਨੇ ਆਪਣੇ ਆਪ ਨੂੰ ਇੱਥੇ ਰਹਿਣ ਲਈ ਕਿਸ ਤਰ੍ਹਾਂ ਅਨੁਕੂਲਿਤ ਕੀਤਾ ਹੈ। Let us study what adaptations they have in these difficult conditions. ਮਾਰੂਥਲ ਦੇ ਜਹਾਜ਼ ਤੋਂ ਤਾਂ ਆਪਾਂ ਸਾਰੇ ਜਾਣੂ ਹੈ, ਪਤਾ ਨਾ ਸਭ ਨੂੰ ਵੀ ਕੈਮਲ ਯਾਨੀ ਕਿ ਊਂਠ ਨੂੰ ਮਾਰੂਥਲ ਦਾ ਜਹਾਜ਼ ਕਹਿੰਦੇ ਆ। ਤੇ ਬੱਚਿਓ, ਇਹ ਆਪਣੇ ਆਪ ਨੂੰ ਕਿਵੇਂ ਅਨੁਕੂਲਿਤ ਕਰਦਾ ਹੈ? ਲੋ ਸੁਣੋ। ਮਾਰੂਥਲ ਦਾ ਇਹ ਜਹਾਜ਼ ਸਰੀਰਕ ਰਚਨਾ ਬੜੀ ਕਮਾਲ, ਲੰਬੀਆਂ ਲੱਤਾਂ, ਲੰਬੀ ਗਰਦਨ, ਲੰਬੀਆਂ ਪਲਕਾਂ ਪਾਈਆਂ। ਲੰਬੀਆਂ ਲੱਤਾਂ, ਲੰਬੀ ਗਰਦਨ, ਲੰਬੀਆਂ ਪਲਕਾਂ ਪਾਈਆਂ, ਗੱਦੇਦਾਰ ਚੱਪਟੇ ਪੈਰਾਂ ਨਾਲ ਰੇਤ 'ਚ ਦੌੜਾਂ ਲਾਈਆਂ। ਲੰਬੀਆਂ ਲੱਤਾਂ ਪਿੱਛੇ ਵੀ ਗਹਿਰਾ ਰਾਜ ਛੁਪਾਏ, ਗਰਮੀ ਤੋਂ ਬਚਣ ਦਾ ਨਵੇਕਲਾ ਢੰਗ ਅਪਣਾਏ। ਪਾਣੀ ਕਮੀ ਦੀ ਸਮੱਸਿਆ ਸਿਆਣਪ ਨਾਲ ਹੱਲ ਕਰਾਏ, ਖੁਸ਼ਕ ਮਲ ਘੱਟ ਮੂਤਰ ਦਾ ਫਾਰਮੂਲਾ ਅਪਣਾਏ। ਤਾਂ ਬੱਚਿਓ, ਇਹ ਕਵਿਤਾ ਨਾ ਮੈਂ ਤੁਹਾਡੇ ਲਈ ਖਾਸ ਤੌਰ ਤੇ ਲਿਖੀ ਹੈ। ਦੇਖੋ ਹੁਣ ਇਹ ਕਿਹਾ ਗਿਆ ਹੈ ਵੀ ਊਂਠ ਦੀਆਂ ਲੱਤਾਂ ਲੰਬੀਆਂ ਹੁੰਦੀਆਂ ਨੇ, ਜਿਸ ਨਾਲ ਉਹ ਰੇਗਿਸਤਾਨ ਦੀ ਤਪਦੀ ਰੇਤ ਦੀ ਗਰਮੀ ਤੋਂ ਦੂਰ ਰਹਿੰਦਾ ਹੈ ਤੇ ਉਹ ਬਹੁਤ ਘੱਟ ਮਾਤਰਾ ਵਿੱਚ ਮੂਤਰ ਤਿਆਗ ਕਰਦਾ ਹੈ ਤੇ ਮਲ ਵੀ ਜਿਹੜਾ ਉੱਡਦਾ ਨਾ ਉਹ ਖੁਸ਼ਕ ਹੁੰਦਾ ਹੈ ਤੇ ਇਹਨੂੰ ਪਸੀਨਾ ਵੀ ਨਹੀਂ ਆਉਂਦਾ। ਤੇ ਜਿਹੜੇ ਇਹਦੇ ਗੱਦੇਦਾਰ ਚੱਪਟੇ ਪੈਰ ਹੈ ਇਸ ਨੂੰ ਰੇਤ ਵਿੱਚ ਤੁਰਨ ਲਈ ਸਹਾਇਤਾ ਕਰਦੇ ਹਨ। Camel have thick skin and no sweat glands to prevent loss of water
Large and padded soles help them in walking on loose sand without sinking. Long eyelashes protects eyes from sand and long legs keep the body away from hot sand. ਤੇ ਬੱਚਿਓ ਇੱਥੇ ਹੀ ਬਸ ਨਹੀਂ ਹੈ, ਇਸ ਵਿੱਚ ਹੋਰ ਵੀ ਬਹੁਤ ਸਾਰੀਆਂ ਸਚਨਾਵਾਂ ਨੇ, ਸੋ ਇਸ ਨੂੰ ਆਪਣੇ ਚੁਗਿਰਦੇ ਵਿੱਚ ਰਹਿਣ ਦੇ ਯੋਗ ਬਣਾਉਂਦੀਆਂ। ਲੋ ਦੇਖੋ, ਵੱਡੀ ਆਂਦਰ ਦੀ ਇਸ ਲੰਬਾਈ ਬਹੁਤ ਵਧਾਈ, ਵੱਡੀ ਆਂਦਰ ਦੀ ਇਸ ਲੰਬਾਈ ਬਹੁਤ ਵਧਾਈ, ਭੋਜਨ ਵਿਚਲੀ ਹਰ ਬੂੰਦ ਫਿਰ ਪਾਣੀ ਦੀ ਖਪਾਈ, ਕੁੱਬ ਆਪਣੇ ਵਿੱਚ ਇਹ ਚਰਬੀ ਜਮਾ ਕਰਾਏ, ਬਿਨਾ ਖਾਦਿਆਂ ਪੀਤਿਆਂ ਕਈ ਦਿਨ ਰਹਿ ਜਾਏ। ਤਾਂ ਬੱਚੋ, hump at the back stores fat which provides them energy and water. ਇਸ ਤੋਂ ਬਿਨਾ ਮਾਰੂਥਲ ਚ ਹੋਰ ਜੰਤੂ ਵੀ ਰਹਿੰਦੇ ਨੇ, ਜਿਵੇਂ ਚੂਹਾ ਹੋ ਗਿਆ, ਸੱਪ ਹੋ ਗਿਆ। ਤੇ ਆਪਾਂ ਨੂੰ ਪਤਾ ਹੈ ਵੀ ਮਾਰੂਥਲ ਦੇ ਵਿੱਚ ਦਿਨੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਤੇ ਇਹ ਦਿਨ ਦੀ ਤੇਜ਼ ਗਰਮੀ ਤੋਂ ਬਚਣ ਲਈ ਧਰਤੀ ਦੇ ਅੰਦਰ ਡੂੰਘੀਆਂ ਖੁੱਡਾਂ ਚ ਰਹਿੰਦੇ ਨੇ। ਤੇ ਰਾਤ ਸਮੇਂ ਜਦੋਂ ਤਾਪਮਾਨ ਚ ਗਿਰਾਵਟ ਆਉਂਦੀ ਹੈ ਨਾ, ਰਾਤ ਨੂੰ ਥੋੜੀ ਠੰਡ ਹੋ ਜਾਂਦੀ ਹੈ, ਤਾਂ ਇਹ ਜੰਤੂ ਬਾਹਰ ਨਿਕਲਦੇ ਨੇ। ਤੇ ਕਿਉਂਕਿ ਰਾਤ ਸਮੇਂ ਬਾਹਰ ਨਿਕਲਦੇ ਨੇ ਤਾਂ ਆਪਾਂ ਇਹਨਾਂ ਨੂੰ ਨੋਕਟਰਨਲ ਐਨੀਮਲਸ ਕਹਿੰਦੇ ਆ। ਤਾਂ ਬੱਚਿਓ, ਇਹ ਤਾਂ ਹੋਈ ਬਈ ਜੰਤੂਆਂ ਦੀ ਗੱਲ, ਤੇ ਹੁਣ ਪੌਦਿਆਂ ਬਾਰੇ ਵੀ ਲਈਏ ਕੁਝ ਜਾਣਕਾਰੀ। ਪੱਤਿਆਂ ਨੂੰ ਕੰਡਿਆਂ ਦਾ ਰੂਪ ਦਿਵਾਇਆ, ਪੱਤਿਆਂ ਨੂੰ ਕੰਡਿਆਂ ਦਾ ਰੂਪ ਦਿਵਾਇਆ, ਵਾਸ਼ਪ ਉਤਸਰਜਨ ਤਾਈਓਂ ਘੱਟ ਪਾਇਆ, ਮਾਰੂਥਲੀ ਪੌਦੇ ਪਾਣੀ ਦੇ ਕਦਰਦਾਨ, ਮੋਮੀ ਪੱਤ ਤਣੇ ਢਕਦੀ ਨਾਲ ਸ਼ਾਨ, ਡੂੰਘੀਆਂ ਜ਼ਮੀਨ ਵਿੱਚ ਜੜਾਂ ਪਹੁੰਚਾਈਆਂ, ਪਾਣੀ ਦੀਆਂ ਕੀਮਤਾਂ ਇਨ੍ਹਾਂ ਹੀ ਪੁਗਾਈਆਂ। ਤਾਂ ਬੱਚਿਓ, ਮਾਰੂਥਲੀ ਇਲਾਕੇ ਵਿੱਚ ਪਾਣੀ ਘੱਟ ਹੋਣ ਕਾਰਨ ਮਾਰੂਥਲੀ ਪੌਦਿਆਂ ਵਿੱਚ ਜਾਂ ਤਾਂ ਪੱਤੀਆਂ ਹੁੰਦੀਆਂ ਹੀ ਨਹੀਂ, ਜੇ ਹੋਣ ਤਾਂ ਬਹੁਤ ਛੋਟੀਆਂ ਹੁੰਦੀਆਂ ਨੇ। ਕੁਝ ਪੌਦਿਆਂ ਵਿੱਚ ਤਾਂ ਜਿਹੜੇ ਪੱਤੇ ਹੈ ਨਾ, ਉਹ ਕੰਡਿਆਂ ਦਾ ਰੂਪ ਧਾਰਨ ਕਰ ਲੈਂਦੇ ਨੇ। ਇਸ ਨਾਲ ਪਤਾ ਕੀ ਹੁੰਦਾ ਹੈ, ਪੱਤਿਆਂ ਵਿੱਚ ਵਾਸ਼ਪ ਉਤਸਰਜਨ ਯਾਨੀ ਕਿ ਟ੍ਰਾਂਸਪੀਰੇਸ਼ਨ ਰਾਹੀਂ ਹੋਣ ਵਾਲੇ ਪਾਣੀ ਦੇ ਨੁਕਸਾਨ ਵਿੱਚ ਕਮੀ ਆਉਂਦੀ ਹੈ, ਤੇ ਇਹਨਾਂ ਦੀਆਂ ਜੜਾਂ ਪਾਣੀ ਸੋਕਣ ਲਈ ਮਿੱਟੀ ਵਿੱਚ ਬਹੁਤ ਡੂੰਘੀਆਂ ਚਲੀਆਂ ਜਾਂਦੀਆਂ ਨੇ। ਹੁਣ ਤੁਹਾਡੇ ਮਨ 'ਚ ਖਿਆਲ ਆ ਰਿਹਾ ਹੋਣਾ ਵੀ ਪੱਤਿਆਂ ਨੇ ਤਾਂ ਕੰਡਿਆਂ ਦਾ ਰੂਪ ਧਾਰਨ ਕਰ ਲਿਆ, ਹੁਣ ਭੋਜਨ ਬਣਾਉਣ ਦਾ ਕੰਮ ਕੌਣ ਕਰੂ? ਤਾਂ ਬੱਚਿਓ, ਤੁਸੀਂ ਸਕੂਲ ਜਾਂ ਘਰ ਦੇ ਕਮਰੇ 'ਚ ਨਾਗਫਣੀ ਦਾ ਪੌਦਾ ਵੇਖਿਆ ਹੋਣਾ। ਇਸ ਦੀ ਜਿਹੜੀ ਰਚਨਾ ਜੋ ਪੱਤੇ ਵਰਗੀ ਸਾਨੂੰ ਨਜ਼ਰ ਆਉਂਦੀ ਹੈ, ਉਹ ਅਸਲ 'ਚ ਪੱਤਾ ਨਹੀਂ ਹੁੰਦੀ, ਉਹ ਕੀ ਹੁੰਦੀ ਹੈ? ਇਹਦਾ ਤਣਾ। ਤੇ ਇਹਨਾਂ ਪੌਦਿਆਂ ਵਿੱਚ ਪ੍ਰਕਾਸ਼ ਸੰਸਲੇਸ਼ਨ ਆਮ ਤੌਰ ਤੇ ਤਣੇ ਰਾਹੀਂ ਹੁੰਦਾ ਹੈ। ਤਾਂ stem is adapted to make food with the help of photosynthesis process. ਤੇ ਇਹ ਜਿਹੜਾ ਤਣਾ ਹੈ ਨਾ, ਇਹ ਵੀ ਚਾਹੁੰਦਾ ਹੈ ਵੀ ਵਾਸ਼ਪ ਉਤਸਰਜਨ ਘੱਟ ਹੋਵੇ, ਤੇ ਇਹ ਵੀ ਮੋਮੀ ਪੱਤ ਦੇ ਨਾਲ ਢਕਿਆ ਹੁੰਦਾ ਹੈ। Stem also has a waxy coating to prevent the loss of water. ਤਾਂ ਇਹ ਸੀ ਬੱਚਿਓ ਮਾਰੂਥਲੀ ਜੰਤੂਆਂ ਅਤੇ ਪੌਦਿਆਂ ਸੰਬੰਧੀ। ਤੇ ਆਓ ਜਾਣੀਏ ਵੀ ਜਿਵੇਂ ਮਾਰੂਥਲੀ ਜੰਤੂ ਤੇ ਪੌਦੇ ਪਾਣੀ ਦੀ ਘਾਟ ਨੂੰ ਸਹਿਣ ਕਰਦੇ ਆ ਨਾ, ਤਾਂ ਉੱਥੇ ਜਲੀ ਜੀਵ ਤੇ ਪੌਦੇ ਉਹ ਪਾਣੀ 'ਚ ਕਿਵੇਂ ਰਹਿੰਦੇ ਆ? ਉੱਥੇ ਤਾਂ ਪਾਣੀ ਹੈ, ਇੱਥੇ ਮਾਰੂਥਲ 'ਚ ਪਾਣੀ ਦੀ ਘਾਟ ਤੇ ਜਲੀ ਪੌਦਿਆਂ ਨੂੰ ਪਾਣੀ। ਤੇ ਇਹ ਵੀ ਦੇਖਣਾ ਹੈ ਵੀ ਉਹ ਆਪਣੇ ਆਪ ਨੂੰ ਅਨੁਕੂਲਿਤ ਕਿਵੇਂ ਕਰਦੇ ਆ। ਤਾਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਜਲ ਦੀ ਰਾਣੀ ਤੋਂ, ਯਾਨੀ ਕਿ ਮੱਛੀ ਤੋਂ। मैं मछली जल दी रानी, जीवन मेरा है पानी, तैर के पानी विच दिखावा, धारा देखी शरीर जो पावा, दम ना मैं पानी विच घुटावा, गल फड़ियां दे लालसा पावा, चीकणे सकेला नाल शरीर ढकिया, ताईओ पानी मैनू ना गला सकिया, दिशा परिवर्तन चपटी पूछ करवावे, तैरन विच मैनू बड़ा मजा आवे, खंबड़िया ने संतुलन कराया, गति करना आसान बनाया। ते बच्चों, ਮੈਨੂੰ ਲੱਗਦਾ ਹੈ ਤੁਸੀਂ ਬਹੁਤੀਆਂ ਗੱਲਾਂ ਤਾਂ ਇਹ ਕਵਿਤਾ ਸੁਣ ਕੇ ਹੀ ਜਾਣ ਗਏ ਹੋਵੋਗੇ। ਹੁਣ ਇੱਥੇ ਗੱਲ ਇਹ ਬਣਦੀ ਹੈ ਵੀ ਮੱਛੀ ਦੇ ਸਰੀਰ ਦਾ ਕਾਰਨਾ ਧਾਰਾ ਰੇਖੀ ਹੁੰਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਇਹ ਧਾਰਾ ਰੇਖੀ ਕੀ ਚੀਜ਼ ਹੈ? ਤਾਂ
ਮੱਛੀ ਦਾ ਚਿੱਤਰ ਤੁਸੀਂ ਆਪਣੀ ਡਰਾਇੰਗ ਦੀ ਕਲਾਸ 'ਚ ਬਣਾਉਂਦੇ ਹੋ ਨਾ, ਤਾਂ ਤੁਹਾਨੂੰ ਪਤਾ ਹੈ ਵੀ ਮੱਛੀ ਦਾ ਸਿਰ ਤੇ ਪੂਛ ਉਸਦੇ ਵਿਚਲੇ ਭਾਗਾਂ ਦੇ ਮੁਕਾਬਲੇ ਪਤਲਾ ਤੇ ਨੁਕੀਲਾ ਹੁੰਦਾ ਹੈ। ਬਸ ਇਸੇ ਤਰ੍ਹਾਂ ਦੇ ਕਾਰਨ ਨੂੰ ਕੀ ਕਹਿੰਦੇ ਨੇ? ਧਾਰਾ ਰੇਖੀ। ਐਂਡ ਇਟ ਹੈਲਪਸ ਟੂ ਓਵਰਕਮ ਦਾ ਰੈਜ਼ਿਸਟੈਂਸ due to water and enables the fish to swim fast। ਤੇ ਰਾਜੇ ਇਹਨਾਂ ਦੇ ਸਰੀਰ ਤੇ ਚੀਕਣੇ ਸਕੇਲ ਹੁੰਦੇ ਨੇ। The skin is covered with waterproof scales which protect it from decaying in water। ਤੇ ਹੁਣ ਸਾਹ ਦੀ ਗੱਲ ਆਪਾਂ ਜੇ ਕਰੀਏ ਤਾਂ ਮੱਛੀ 'ਚ ਸਾਹ ਲੈਣ ਲਈ ਗਲਫੜੇ ਯਾਨੀ ਕਿ ਗਿਲਸ ਹੁੰਦੇ ਨੇ, ਠੀਕ ਹੈ। ਤੇ ਮੱਛੀ ਦੇ ਖੰਭੜੇ ਤੇ ਜਿਹੜੀ ਚਪਟੀ ਪੂਛ ਹੈ ਇਸ ਨੂੰ ਪਾਣੀ ਵਿੱਚ ਦਿਸ਼ਾ ਪਰਿਵਰਤਨ ਕਰਨ ਦੇ ਵਿੱਚ ਸਹਾਇਤਾ ਕਰਦੀ ਹੈ। ਫਿਸ਼ ਸਵਿਮਸ ਵਿਦ ਦਾ ਹੈਲਪ ਆਫ ਫਿਨਸ। ਤੇ ਬੱਚਿਓ ਮੱਛੀ ਤੋਂ ਬਿਨਾ ਹੋਰ ਵੀ ਜੰਤੂ ਹੈ ਜਿਹੜੇ ਪਾਣੀ 'ਚ ਰਹਿੰਦੇ ਹੈ। ਡਾਲਫਿਨ ਤੇ ਬੇਲ ਬਾਰੇ ਤੁਸੀਂ ਸੁਣਿਆ ਹੋਣਾ। ਜਿਹੜੇ ਇਹ ਜੰਤੂ ਹੈ ਨਾ ਇਹਨਾਂ ਦੇ ਸਰੀਰ ਵਿੱਚ ਗਲਫੜੇ ਨਹੀਂ ਹੁੰਦੇ। ਹੁਣ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਇਹਦੀ ਜੇ ਗਲਫੜੇ ਹੀ ਨਹੀਂ ਹੈ ਤਾਂ ਇਹ ਪਾਣੀ 'ਚ ਸਾਹ ਕਿਵੇਂ ਲੈਂਦੇ ਆ? ਤਾਂ ਇਹ ਨਾ ਬੱਚਿਓ, ਇਹ ਆਪਣੇ ਸਿਰ ਤੇ ਸਥਿਤ ਨਾਸਾਂ ਜਾਂ ਹਵਾ ਛੇਦਾਂ ਦੁਆਰਾ ਸਾਹ ਲੈਂਦੇ ਨੇ। ਤੇ ਇਹ ਸਮੇਂ-ਸਮੇਂ ਤੇ ਪਾਣੀ ਤੋਂ ਬਾਹਰ ਆ ਕੇ ਸਾਹ ਛੇਕਾਂ ਰਾਹੀਂ ਪਾਣੀ ਬਾਹਰ ਕੱਢਦੇ ਨੇ ਤੇ ਸਾਹ ਦੁਆਰਾ ਸਾਫ਼ ਹਵਾ ਅੰਦਰ ਭਰਦੇ ਨੇ। ਤੇ ਜੇ ਆਪਾਂ ਡਾਲਫਿਨ ਦੀਆਂ ਰਚਨਾਤਮਕ ਕਿਰਿਆਵਾਂ ਦੇਖਣੀਆਂ, ਰੌਚਕ ਗੱਲਾਂ ਇਹਦੀਆਂ, ਤਾਂ ਡਿਸਕਵਰੀ ਚੈਨਲ ਲਾਣਾ ਪਊਗਾ। ਫਿਰ ਡਿਸਕਵਰੀ ਚੈਨਲ ਤੋਂ ਹੀ ਦੇਖਣ ਨੂੰ ਮਿਲਦੀਆਂ ਨੇ ਇਹੋ ਜਿਹੀਆਂ ਗੱਲਾਂ। ਤੇ ਬੇਟੇ ਇਸ ਤੋਂ ਬਿਨਾਂ ਹੋਰ ਵੀ ਸਮੁੰਦਰੀ ਜੀਵ ਨੇ ਜਿਨ੍ਹਾਂ ਦਾ ਸਰੀਰ ਧਾਰਾ ਰੇਖੀ ਨਹੀਂ ਹੁੰਦਾ। ਇਹ ਜੰਤੂ ਜਿਵੇਂ ਆਕਟੋਪਸ ਹੋ ਗਿਆ, ਇਹ ਸਮੁੰਦਰ ਵਿੱਚ ਡੂੰਘੀ ਸਤ੍ਹਾ ਤੇ ਰਹਿੰਦੇ ਨੇ ਟੂ ਅਵੋਇਡ ਰੈਜ਼ਿਸਟੈਂਸ ਆਫਰਡ ਬਾਈ ਦ ਸੀ ਵੇਵਸ। ਤੇ ਆਪਾਂ ਹੁਣ ਜਾਣਿਆ ਵੀ ਪਾਣੀ 'ਚ ਰਹਿਣ ਵਾਲੇ ਜੰਤੂਆਂ ਦੀਆਂ ਸੰਰਚਨਾਵਾਂ ਉਹਨਾਂ ਨੂੰ ਪਾਣੀ ਵਿੱਚ ਰਹਿਣ ਲਈ ਕਿਸ ਤਰ੍ਹਾਂ ਯੋਗ ਬਣਾਉਂਦੀਆਂ ਨੇ। ਤੇ ਜਿਹੜਾ ਊਠ ਹੈਗਾ ਉਹ ਮਾਰੂਥਲ ਵਿੱਚ ਕਿਸ ਤਰ੍ਹਾਂ ਰਹਿਣ ਲਈ ਅਨੁਕੂਲਿਤ ਹੁੰਦਾ ਹੈ। ਤੇ ਅੱਗੇ ਆਪਾਂ ਜਿਹੜੀ ਜਾਣਕਾਰੀ ਹਾਸਲ ਕਰਨੀ ਹੈ ਨਾ ਉਹ ਆਪਾਂ ਕਰਨੀ ਹੈ ਜਲੀ ਪੌਦਿਆਂ ਬਾਰੇ, ਐਕਿਊਟਿਕ ਪਲਾਂਟਸ। ਹੁਣ ਕੁਝ ਜਲੀ ਪੌਦਿਆਂ ਦੀਆਂ ਜੜ੍ਹਾਂ ਨਾ ਆਕਾਰ ਵਿੱਚ ਬਹੁਤ ਛੋਟੀਆਂ ਹੁੰਦੀਆਂ ਨੇ ਤੇ ਇਹਨਾਂ ਦਾ ਮੁੱਖ ਕੰਮ ਹੁੰਦਾ ਹੈ ਪੌਦੇ ਨੂੰ ਤਲ ਤੇ ਜਕੜ ਕੇ ਰੱਖਣਾ। ਇਹਨਾਂ ਪੌਦਿਆਂ ਦਾ ਤਣਾ ਲੰਮਾ ਹੁੰਦਾ ਰਾਜੇ, ਖੋਖਲਾ ਹੁੰਦਾ ਤੇ ਹਲਕਾ ਹੁੰਦਾ ਤੇ ਤਣਾ ਪਾਣੀ ਦੀ ਸਤ੍ਹਾ ਤੱਕ ਵੱਧਦਾ। ਤੁਸੀਂ ਪੀਸਾਂ ਦੀ ਸਬਜ਼ੀ ਖਾਈ ਹੈ ਕਦੇ? ਤਾਂ ਇਹ ਵੀ ਜਿਹੜੀਆਂ ਹੈਗੀਆਂ ਐਕਿਊਟਿਕ ਪਲਾਂਟਸ ਜਿਹੜੇ ਹੈਗੇ ਆ ਉਹਨਾਂ ਦਾ ਤਣੇ ਹੈ, ਠੀਕ ਹੈ। ਫੁੱਲ ਤੇ ਪੱਤੇ ਅਜਿਹੇ ਪੌਦਿਆਂ ਦੀ ਪਾਣੀ ਦੀ ਸਤ੍ਹਾ ਤੇ ਤੈਰਦੇ ਰਹਿੰਦੇ ਨੇ। ਤੇ ਜੇ ਆਪਾਂ ਅਜਿਹੇ ਪੌਦਿਆਂ ਦੀ ਉਦਾਹਰਣ ਲੈਣੀ ਹੋਵੇ ਤਾਂ ਸਭ ਤੋਂ ਵਧੀਆ ਉਦਾਹਰਣ ਹੈ ਲੋਟਸ, ਕਮਲ ਦਾ ਫੁੱਲ, ਚੌੜੇ ਪੱਤੇ, ਖੋਖਲਾ ਤਣਾ। ਤੇ ਬੱਚਿਓ ਇਹ ਵੀ ਤੁਹਾਨੂੰ ਪਤਾ ਹੋਣਾ ਵੀ ਇਹ ਸਾਡਾ ਰਾਸ਼ਟਰੀ ਫੁੱਲ ਹੈ। ਤੇ ਹੋਰ ਉਦਾਹਰਨਾਂ ਜੇ ਪੌਦਿਆਂ ਦੀਆਂ ਕਿਸ ਨੂੰ ਲਵਾਂਗੇ ਆਪਾਂ? ਵਾਟਰ ਲਿਲੀ ਨੂੰ। ਕੁਝ ਜਲੀ ਪੌਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਪੂਰੀ ਤਰ੍ਹਾਂ ਪਾਣੀ 'ਚ ਡੁੱਬੇ ਰਹਿੰਦੇ ਨੇ ਤੇ ਅਜਿਹੇ ਪੌਦਿਆਂ ਦੇ ਸਾਰੇ ਭਾਗ ਪਾਣੀ ਵਿੱਚ ਹੀ ਵੱਧਦੇ ਨੇ। ਤੇ ਇਨੇ ਪੌਦਿਆਂ ਦੀਆਂ ਪੱਤੀਆਂ ਘੱਟ ਚੌੜੀਆਂ ਪਤਲੇ ਫੀਤੇ ਵਰਗੀਆਂ ਹੁੰਦੀਆਂ ਨੇ ਤਾਂ ਕਿ ਇਹਨਾਂ ਦੇ ਵਿੱਚੋਂ ਨਾ ਪਾਣੀ ਲੰਘਦਾ ਰਵੇ ਤੇ ਪੱਤਿਆਂ ਨੂੰ ਕੋਈ ਹਾਨੀ ਨਾ ਪਹੁੰਚੇ। ਤੇ ਅਜਿਹੇ ਪੌਦੇ ਦੀ ਉਦਾਹਰਣ ਹੈ ਹਾਈਡ੍ਰਿਲਾ। A large variety of aquatic plants grown in lakes and rivers. Free-floating plants like lotus and water lily leaves are covered with a waxy coating which makes them waterproof and protect them from decaying effects of water. Stem have air spaces which enables the plant to float, and submerged plants like hydrilla leaves are thin and ribbon-like, allows water currents to pass. ਤੇ ਹੁਣ ਆਪਾਂ ਅੱਗੇ ਵਧਦੇ ਹਾਂ ਬੱਚਿਓ। ਤਾਂ ਡੱਡੂ ਤਾਂ ਵੀ ਸਭ ਨੇ ਦੇਖਿਆ ਹੋਣਾ। ਤੁਸੀਂ ਸੋਚ ਰਹੇ ਹੋਵੋਗੇ ਵੀ ਮੈਡਮ ਅਸੀਂ ਦੇਖਿਆ ਨਹੀਂ, ਅਸੀਂ ਤਾਂ ਸਕੂਲ ਦੀ ਖੇਡਾਂ ਦੀ ਘੰਟੀ 'ਚ ਆਪ ਡੱਡੂ ਬਣ ਕੇ ਛਾਲਾਂ ਦੀ ਬਥੇਰੀਆਂ ਲਾਈਆਂ।
चलो भी जे डड्डू वाले इन्ने काम कीते ने तां ये भी पता होना भी ये पानी दे अंदर भी ते पानी तो बाहर दोवें थावां ते रह सकदा है। इसके पिछले पैर लंबे ते मजबूत हुंदे ने जो इसनूं छाल मारन अते शिकार फड़न विच सहायता करदे ने। ते इन्हां दे जिहड़े पैर हुंदे ने ना इन्हां दे विच इन्हां दे जिहड़े पंजे है वो जालीदार हुंदे ने पैरां दे पंजे जो इन्हां नूं तैरन विच मदद करदे ने। जदों पानी च रहणगे फिर इन्हां ने तैरना भी है। तां दे हैव वेब्ड फीट दैट हेल्प देम स्विम इन वाटर। ते डड्डू बारे तुहानूं एक होर इंटरस्टिंग गल दसदी आं वो इहदी साह क्रिया नाल रिलेटेड है। जिहड़ा डड्डू है ना ये जो मनुख वांगू फेफड़े भी हुंदे ने ते वो अपनी चमड़ी नाल भी साह लैंदा है जो सिल्ली ते चिपचिपी हुंदी है। बच्चों तां हुण आपां डड्डू बारे भी जानकारी लै ली ते जिहदी नकल करके तुसीं ग्राउंड दे विच बथेरियां छालां मारियां ते हुण आपां सिद्धे चलदे आं पहाड़ी खेतर वल। ये आवाज दे खेतर आम करके बहुत ठंडे हुंदे ने ते इन्हां विच तेज हवावां चलदियां। कुछ खेतरां विच सर्दियां दे विच बर्फ भी बहुत पैंदी है ते इत्थों दे जिहड़े रुख है ना अपने मैदानी खेतर ते मारूथली खेतर विच पाए जाने वाली वनस्पति तो बिल्कुल भिन्न हुंदे ने। ये रुख आम तौर ते शंकुनुमा कॉनिकल शेप ओदे उस वर्गे हुंदे ने ते इन्हां दीयां शाखावां ना तिरछियां हेठां नूं ते इन्हां पहाड़ी इलाके दे रुखां दे पत्ते सूई वर्गे हुंदे ने। ਉਹ ਇਸ ਲਈ ਵੀ ਇਹਦੇ ਨਾਲ ਨਾ ਮੀਂਹ ਦਾ ਪਾਣੀ ਤੇ ਬਰਫ਼ ਆਪਾਂ ਕਹਿੰਦੇ ਨਾ ਕਿ ਉੱਥੇ ਬਰਫ਼ ਪੈਂਦੀ ਹੈ ਸਰਦੀਆਂ 'ਚ ਤੇ ਜਿਹੜੀ ਬਰਫ਼ ਹੈ ਉਹ ਆਸਾਨੀ ਨਾਲ ਹੇਠਾਂ ਵੱਲ ਖਿਸਕ ਜਾਏ। ਪਾਈਨ ਟਰੀ ਇਹਦੀ ਇੱਕ ਸਭ ਤੋਂ ਵਧੀਆ ਉਦਾਹਰਣ ਹੈ। ਟਰੀ ਲਾਈਕ ਪਾਈਨ grows on the sloping sides of the mountain. These trees are normally cone shaped and have sloping branches. This helps the rainwater and snow to slide off easily. ਹੁਣ ਇਹ ਤਾਂ ਹੋ ਗਈ ਪਹਾੜੀ ਖੇਤਰ ਵਿੱਚ ਮਿਲਣ ਵਾਲੇ ਪੌਦਿਆਂ ਦੀ ਗੱਲ ਤੇ ਅੱਗੇ ਆ ਗਏ ਜੰਤੂ। ਹੁਣ ਪਹਾੜੀ ਖੇਤਰ ਵਿੱਚ ਕਈ ਜੰਤੂ ਵੀ ਮਿਲਦੇ ਨੇ ਜਿਵੇਂ ਪਹਾੜੀ ਕੇਂਦੂਆ, ਜਾਗ, ਪਹਾੜੀ ਬੱਕਰੀ। ਤਾਂ ਇਹਨਾਂ ਜੰਤੂਆਂ ਦੇ ਸਰੀਰ ਦੀ ਮੋਟੀ ਚਮੜੀ ਜਾਂ ਫਰ ਇਹਨਾਂ ਨੂੰ ਠੰਡ ਤੋਂ ਬਚਾ ਕੇ ਰੱਖਦੀ ਹੈ। ਹੁਣ ਜੇ ਆਪਾਂ ਜਾਗ ਦੀ ਗੱਲ ਕਰੀਏ ਤਾਂ ਜਾਗ ਨੇ ਸਰੀਰ ਨੂੰ ਬਚਾ ਕੇ ਰੱਖਣ ਲਈ ਲੰਬੇ ਲੰਬੇ ਵਾਲਾਂ ਨਾਲ ਢਕਿਆ ਹੁੰਦਾ ਹੈ ਤੇ ਪਹਾੜੀ ਤੇਂਦੂਏ ਦੇ ਸਰੀਰ ਤੇ ਪੈਰਾਂ ਦੇ ਉਂਗਲਾਂ ਤੱਕ ਫਰ ਹੁੰਦੀ ਹੈ। ਇਹ ਬਰਫ਼ ਤੇ ਤੁਰਦੇ ਸਮੇਂ ਉਹਨਾਂ ਦੇ ਪੈਰਾਂ ਨੂੰ ਠੰਡ ਤੋਂ ਬਚਾਉਂਦੀ ਹੈ। ਕੌਣ ਭਲਾ? ਫਰ। ਹੁਣ ਇਹ ਕਿਵੇਂ ਬਚਾਉਂਦੀ ਹੈ ਲਓ ਉਹ ਵੀ ਸਮਝ ਲਓ। ਇਹ ਵਾਲਾਂ ਜਾਂ ਫਰਾਂ ਦੇ ਵਿੱਚ ਹਵਾ ਫਸੀ ਰਹਿੰਦੀ ਹੈ ਯਾਨੀ ਹਵਾ ਜਿਹੜੀ ਹੈਗੀ ਹੈ ਨਾ ਇਹਨਾਂ 'ਚ ਟਰੈਪ ਹੋ ਜਾਂਦੀ ਹੈ ਤੇ ਹਵਾ ਸਰੀਰ ਦੇ ਤਾਪਮਾਨ ਨੂੰ ਠੰਡੇ ਆਲੇ ਦੁਆਲੇ ਵੱਲ ਵਿਕਿਰਤ ਹੋਣ ਤੋਂ ਰੋਕਦੀ ਹੈ। ਇਸ ਤਰ੍ਹਾਂ ਠੰਡ ਤੋਂ ਬਚੇ ਰਹਿੰਦੇ ਹੈ। ਤੇ ਬੱਚਿਓ ਇਸੇ ਸਿਧਾਂਤ ਦੇ ਆਧਾਰ ਤੇ ਆਪਾਂ ਵੀ ਉਨੀ ਕੱਪੜੇ ਪਾਉਨੇ ਆ ਤੇ ਆਪਣੇ ਆਪ ਨੂੰ ਠੰਡ ਤੋਂ ਬਚਾਉਨੇ ਆ। ਤੇ ਹੁਣ ਪੋਲਰ ਰੀਜਨਸ ਯਾਨੀ ਕਿ ਧਰੂਵੀ ਖੇਤਰ ਵੱਲ ਚੱਲਦੇ ਆ। ਤਾਂ ਇੱਥੇ ਜਿਹੜਾ ਹੈਗਾ ਮੋਸਟ ਕਾਮਨਲੀ ਜਿਹੜਾ ਜੰਤੂ ਪਾਇਆ ਜਾਂਦਾ ਹੈ ਉਹ ਹੈਗਾ ਪੋਲਰ ਬੀਅਰ। ਤਾਂ ਪੋਲਰ ਬੀਅਰ ਅਡੈਪਟ ਦੈਮਸੈਲਵ ਟੂ ਲਿਵ ਇਨ ਅ ਕੋਲਡ ਹੈਬਿਟੈਟ ਦ ਹੋਲ ਈਅਰ। ਹੁਣ ਆਪਾਂ ਨੂੰ ਪਤਾ ਹੈ ਵੀ ਧਰੂਵਾਂ ਤੇ ਬਹੁਤ ਜ਼ਿਆਦਾ ਠੰਡ ਹੁੰਦੀ ਹੈ। ਧਰੂਵਾਂ ਤੇ ਸਾਲ ਦੇ 6 ਮਹੀਨੇ ਤੱਕ ਸੂਰਜ ਛਿਪਦਾ ਨਹੀਂ ਤੇ ਬਾਕੀ 6 ਮਹੀਨਿਆਂ ਦੇ ਵਿੱਚ ਸੂਰਜ ਚੜ੍ਹਦਾ ਨਹੀਂ ਹੈ। ਤਾਂ ਇਸ ਧਰੂਵੀ ਖੇਤਰ ਦੇ ਜੰਤੂਆਂ ਦੇ ਵਿੱਚ ਵੀ ਖਾਸ ਗੁਣ ਹੁੰਦੇ ਨੇ ਜਿਵੇਂ ਇਹਨਾਂ ਦੇ ਸਰੀਰ ਉੱਤੇ ਨਾ ਸਫੇਦ ਫਰ ਜਿਸ ਕਰਕੇ ਉਹ ਬਰਫ਼ ਵਿੱਚ ਆਸਾਨੀ ਨਾਲ ਦਿਖਾਈ ਵੀ ਨਹੀਂ ਦਿੰਦੇ ਤੇ ਉਹਨਾਂ ਦਾ ਦੁਸ਼ਮਣਾਂ ਤੋਂ ਵੀ ਬਚਾਅ ਹੋ ਜਾਂਦਾ ਹੈ। ਤੇ ਉਹਨਾਂ ਦੀ ਚਮੜੀ ਦੇ ਹੇਠਾਂ ਚਰਬੀ ਦੀ ਮੋਟੀ ਪਰਤ ਹੁੰਦੀ ਹੈ ਤੁਰਨ ਲਈ ਤੇ ਦੌੜਦੇ ਸਮੇਂ। ਠੀਕ ਹੈ ਉਹ ਜਿਹੜਾ ਹੈਗਾ ਉਹਨੂੰ એનર્ਜੀ ਦਿੰਦੀ ਹੈ ਤੇ ਉਹਨਾਂ ਦੇ ਲੰਬੇ ਜਿਹੜੇ ਪੰਜੇ ਹੈਗੇ ਨੇ ਉਹਨਾਂ ਨੂੰ ਤੁਰਨ ਦੇ ਲਈ ਮਦਦ ਕਰਦੇ ਨੇ ਤੇ ਇਹ ਜ਼ਿਆਦਾ ਸਰਦ ਜਲਵਾਯੂ ਦੇ ਲਈ ਬਹੁਤ ਅਨੁਕੂਲਿਤ ਹੁੰਦੇ ਨੇ। ਹੁਣ ਆਪਾਂ ਗੱਲ ਸ਼ੁਰੂ ਕੀਤੀ ਸੀ ਊਂਟ ਤੋਂ, ਮਾਰੂਥਲ ਦੇ ਜਹਾਜ਼ ਤੋਂ।
ਹੁਣ ਫਿਰ ਜੰਗਲ ਦੇ ਰਾਜੇ ਨੂੰ ਫਿਰ ਕਿਉਂ ਪਿੱਛੇ ਛੱਡ ਦਈਏ ਆਪਾਂ? ਤਾਂ ਚਲੋ ਵੀ ਹੁਣ ਆਪਾਂ ਗ੍ਰਾਸਲੈਂਡਸ ਵੱਲ ਚੱਲਦੇ ਹਾਂ, ਘਾਹ ਦੇ ਮੈਦਾਨਾਂ ਵੱਲ। ਤੇ ਸ਼ੇਰ ਜਿਹੜਾ ਹੈਗਾ ਉਹ ਜੰਗਲ ਦਾ ਹੈ ਰਾਜਾ, ਸ਼ਕਤੀਸ਼ਾਲੀ ਜੰਤੂ ਤੇ ਹੈ ਵੀ ਕਾਰਨੀਵੋਰਸ, ਮਾਸਾਹਾਰੀ, ਮਾਸ ਖਾਂਦਾ ਹੈ। ਜੰਗਲ 'ਚ ਮਿਲਣ ਵਾਲੇ ਜੰਤੂਆਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਮਾਰ ਕੇ ਇਹ ਖਾ ਜਾਂਦਾ ਹੈ। ਇਸ ਸ਼ਕਤੀਸ਼ਾਲੀ ਜਾਨਵਰ ਨੇ ਆਪਣੇ ਆਪ ਨੂੰ ਜੰਗਲ ਜਾਂ ਘਾਹ ਦੇ ਮੈਦਾਨ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਕੀਤਾ ਹੈ? ਹੁਣ ਦੇਖੋ, ਭਾਵੇਂ ਸ਼ਕਤੀਸ਼ਾਲੀ ਹੈ, ਅਨੁਕੂਲਿਤ ਇਹਨੇ ਵੀ ਕੀਤਾ ਆਪਣੇ ਆਪ ਨੂੰ ਹਾਲਾਤਾਂ ਦੇ ਅਨੁਸਾਰ। ਤਾਂ ਸੁਣੋ ਧਿਆਨ ਨਾਲ, ਇਹ ਮਿੱਟੀ ਵਰਗੇ ਹਲਕੇ ਭੂਰੇ ਰੰਗ ਦਾ ਹੁੰਦਾ ਹੈ। ਇਹ ਮਿੱਟੀ ਰੰਗਾ ਸਰੀਰ ਸ਼ਿਕਾਰ ਦੌਰਾਨ ਉਸਨੂੰ ਘਾਹ ਦੇ ਸੁੱਕੇ ਮੈਦਾਨਾਂ ਵਿੱਚ ਛੁਪਾ ਕੇ ਰੱਖਦਾ ਹੈ ਤੇ ਸ਼ਿਕਾਰ ਨੂੰ ਪਤਾ ਹੀ ਨਹੀਂ ਲੱਗਦਾ ਵੀ ਸ਼ਿਕਾਰੀ ਸ਼ੇਰ ਬੈਠਾ ਹੈ। ਸ਼ੇਰ ਦੇ ਚਿਹਰੇ ਨੇ ਨਾ ਬਿਲਕੁਲ ਸਾਹਮਣੇ ਵਾਲੇ ਪਾਸੇ, ਜਿਵੇਂ ਆਪਣੇ ਹੁੰਦਾ, ਅੱਖਾਂ ਸਥਿਤ ਹੁੰਦੀਆਂ ਨੇ, ਜੋ ਇਸ ਨੂੰ ਜੰਗਲ ਵਿੱਚ ਦੂਰ ਤੱਕ ਸ਼ਿਕਾਰ ਲੱਭਣ ਵਿੱਚ ਸਹਾਇਤਾ ਕਰਦੀਆਂ ਨੇ। They have eyes in front that help them see their prey from a great distance. ਸ਼ੇਰ ਦੇ ਹੁਣ ਕੈਨਾਈਨਸ ਦੀ ਗੱਲ ਕਰਦੇ ਆ। ਦੇਖਿਆ ਨਾ ਤੁਸੀਂ ਟੀਵੀ ਤੇ, ਜਦੋਂ ਸ਼ੇਰ ਦੇਖੋ ਦੰਦ ਦੇ ਕੈਨਾਈਨਸ ਕਿੰਨੇ ਤਿੱਖੇ ਹੁੰਦੇ ਆ, ਤਾਂ ਇਹ ਜਿਹੜੇ ਹੈਗੇ ਨੇ ਦੰਦ ਇਸ ਦੇ ਮਾਸ ਪਾੜਨ ਵਿੱਚ ਸਹਾਇਤਾ ਕਰਦੇ ਨੇ। ਤੇ ਆਪਾਂ ਨੂੰ ਪਤਾ ਹੈ ਕਿ ਆਪਾਂ ਕੈਨਾਈਨਸ ਨੂੰ ਕੀ ਕਹਿੰਦੇ ਆ? ਟੀਅਰਿੰਗ ਟੀਥ। ਸ਼ੇਰ ਦੇ ਅਗਲੇ ਪੈਰ ਦੀਆਂ ਨੌਂਦਰਾਂ ਬਹੁਤ ਲੰਬੀਆਂ ਹੁੰਦੀਆਂ ਨੇ, ਜੋ ਇਸ ਨੂੰ ਸ਼ਿਕਾਰ ਪਕੜਨ ਦੇ ਵਿੱਚ ਮਦਦ ਕਰਦੀਆਂ ਹਨ। ਜੰਤੂ ਤਾਂ ਹੋਰ ਵੀ ਬਹੁਤ ਸਾਰੇ ਰਹਿੰਦੇ ਆ ਬੱਚਿਓ ਜੰਗਲ ਦੇ ਵਿੱਚ, ਪਰ ਵਿਚਾਰਾ ਹਿਰਨ, ਜਿਸ ਨੂੰ ਸ਼ੇਰ ਵਰਗੇ ਜੀਵ ਆਪਣਾ ਸ਼ਿਕਾਰ ਬਣਾਉਂਦੇ ਨੇ, ਤੇ ਆਪਾਂ ਨੂੰ ਪਤਾ ਹੈ ਵੀ ਜਿਹੜਾ ਹਿਰਨ ਹੈ, ਠੀਕ ਹੈ, ਇਹ ਸ਼ਾਕਾਹਾਰੀ ਜਾਨਵਰ ਹੈ, ਹਰਬੀਵੋਰਸ। ਤਾਂ ਇਹ ਪੌਦਿਆਂ ਦੇ ਸਖਤ ਤਣੇ ਨੂੰ ਚਬਾਉਣ ਲਈ ਇਹਦੇ ਦੰਦ ਬੜੇ ਮਜ਼ਬੂਤ ਹੁੰਦੇ ਨੇ, ਤੇ ਇਸ ਨੇ ਹਿਰਨ ਨੇ ਸ਼ੇਰ ਤੋਂ ਆਪਣੇ ਆਪ ਨੂੰ ਬਚਾਉਣਾ ਹੁੰਦਾ ਹੈ ਤਾਂ ਕਿ ਉਸਦਾ ਸ਼ਿਕਾਰ ਨਾ ਬਣ ਸਕੇ ਤੇ ਉੱਥੋਂ ਭੱਜੇ। ਇਸ ਲਈ ਇਹਦੀ ਮਦਦ ਕਰਦੇ ਨੇ ਇਹਦੇ ਲੰਮੇ ਕੰਨ। ਇਹ ਇਹਨੂੰ ਸ਼ਿਕਾਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਨੇ। They have long ears to hear the movements of predators. ਤੇ ਬੱਚਿਓ, ਹਿਰਨ ਦੇ ਸਿਰ ਦੇ ਦੋਵੇਂ ਪਾਸੇ ਤੇ ਅੱਖਾਂ ਸਥਿਤ ਹੁੰਦੀਆਂ ਨੇ, ਇਹਦੇ ਦੇ ਸਾਹਮਣੇ ਵਾਲੇ ਪਾਸੇ ਨਹੀਂ ਹੁੰਦੀਆਂ, ਸਿਰ ਦੇ ਦੋਵੇਂ ਪਾਸੇ ਹੁੰਦੀਆਂ ਨੇ। ਇਹਦੇ ਨਾਲ ਕੀ ਹੁੰਦਾ ਹੈ, ਇਹ ਹਰ ਦਿਸ਼ਾ ਵਿੱਚ ਦੇਖ ਕੇ ਖਤਰਾ ਮਹਿਸੂਸ ਕਰ ਸਕਦਾ ਹੈ। They have eyes on the sides of the head which give them a wide range of vision. ਤੇ ਹਿਰਨ ਦੀ ਦੌੜਨ ਦੀ ਤੇਜ਼ ਗਤੀ ਇਸ ਨੂੰ ਸ਼ਿਕਾਰੀ ਤੋਂ ਦੂਰ ਭੱਜਣ ਵਿੱਚ ਸਹਾਇਕ ਹੁੰਦੀ ਹੈ। ਆਪਾਂ ਸਾਰਿਆਂ ਨੇ ਹੁਣ ਤੱਕ ਜਾਣਿਆ ਵੀ ਕਿਸ ਤਰ੍ਹਾਂ ਪੌਦਿਆਂ ਤੇ ਜੰਤੂਆਂ ਵਿੱਚ ਵਿਸ਼ੇਸ਼ ਸੰਰਚਨਾਵਾਂ ਹੁੰਦੀਆਂ ਨੇ ਜੋ ਇਹਨਾਂ ਨੂੰ ਚੁਗਿਰਦੇ ਵਿੱਚ ਜਿਉਂਦਾ ਰੱਖਣ ਦੇ ਯੋਗ ਬਣਾਉਂਦੀਆਂ ਨੇ। ਤੇ ਬੱਚਿਓ, ਕਿਸੇ ਸੰਜੀਵ ਦਾ ਚੁਗਿਰਦਾ ਜਿਸ ਵਿੱਚ ਉਹ ਰਹਿੰਦਾ ਹੈ ਉਸਦਾ ਇਵਾਸ ਜਾਂ ਨਿਵਾਸ ਸਥਾਨ ਅਖਵਾਉਂਦਾ ਹੈ। The place where living organisms live is called a habitat. ਹੁਣ ਆਪਾਂ ਵੱਖ-ਵੱਖ ਆਵਾਸ ਸਥਾਨਾਂ ਦੀ ਯਾਤਰਾ ਤਾਂ ਕਰ ਲਈ ਤੇ ਅਨੇਕਾਂ ਪੌਦਿਆਂ ਤੇ ਜੰਤੂਆਂ ਦੀ ਚਰਚਾ ਵੀ ਕਰ ਲਈ। ਹੁਣ ਅਸੀਂ ਅੱਗੇ ਸਮਝਾਂਗੇ ਵੀ ਜਿਹੜੇ ਸੰਜੀਵ ਹੈ ਇਹਨਾਂ ਦੇ ਕੀ ਲੱਛਣ ਹੁੰਦੇ ਨੇ। ਆਪਾਂ ਵੀ ਤਾਂ ਸੰਜੀਵ ਆ ਨਾ, ਤਾਂ ਚਲੋ ਫਿਰ ਆਪਾਂ ਆਪਣੇ ਤੋਂ ਸ਼ੁਰੂ ਕਰਦੇ ਹਾਂ। ਆਪਣੇ ਤੋਂ ਵਧੀਆ ਹੋਰ ਕਿਹੜੀ ਉਦਾਹਰਣ ਹੋਏਗੀ? ਤਾਂ ਬੱਚਿਓ, ਸਭ ਤੋਂ ਪਹਿਲਾਂ ਗੱਲ ਤਾਂ ਇਹ ਕਰਦੇ ਹਾਂ ਵੀ ਆਪਾਂ ਸਾਰਿਆਂ ਨੂੰ ਭੁੱਖ ਲੱਗਦੀ ਹੈ ਨਾ। ਜਦੋਂ ਭੁੱਖ ਲੱਗਦੀ ਹੈ ਨਾ, ਫਿਰ ਕਈ ਵਾਰ ਤਾਂ ਰੋਣਾ ਵੀ ਨਿਕਲ ਜਾਂਦਾ ਹੈ। ਤੇ ਭੋਜਨ ਸਾਡੇ ਲਈ ਵੀ ਤੇ ਹੋਰਾਂ ਜੀਵਾਂ ਲਈ ਵੀ ਬਹੁਤ ਜ਼ਰੂਰੀ ਹੈ। ਇਸ ਭੋਜਨ ਨਾਲ ਸੰਜੀਵ ਦੇ ਸਰੀਰਾਂ ਦਾ ਵਾਧਾ ਤੇ ਵਿਕਾਸ ਹੁੰਦਾ ਹੈ। ਸੰਜੀਵਾਂ ਦੇ ਸਰੀਰ ਅੰਦਰ ਹੋਣ ਵਾਲੇ ਜੈਵਿਕ ਕੰਮਾਂ ਲਈ ਵੀ ਊਰਜਾ ਦੀ ਲੋੜ ਹੁੰਦੀ ਹੈ, ਜੋ ਉਸਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ? ਭੋਜਨ ਤੋਂ। ਤੇ ਸਾਨੂੰ ਇਹ ਵੀ ਪਤਾ ਹੈ ਵੀ ਜਿਹੜੇ ਹਰੇ ਪੌਦੇ ਹੈ ਉਹ ਸਾਰੇ ਸਵੈਪੋਸ਼ੀ ਹੈ, ਭਾਵ ਉਹ ਆਪਣਾ ਭੋਜਨ ਆਪ ਤਿਆਰ ਕਰ ਲੈਂਦੇ ਨੇ ਪ੍ਰਕਾਸ਼ ਸੰਸਲੇਸ਼ਣ ਵਿਧੀ ਦੁਆਰਾ। ਪਰ ਜਿਹੜੇ ਜੰਤੂ ਹੈ ਉਹ ਆਪਣੇ ਭੋਜਨ ਲਈ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪੌਦਿਆਂ ਤੇ ਨਿਰਭਰ ਕਰਦੇ ਨੇ। ਤਾਂ ਬੇਟੇ, ਹੁਣ ਫਸਟ ਪੁਆਇੰਟ ਕੀ ਹੋ ਗਿਆ ਵੀ ਸਾਰੇ ਸੰਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ। All living organisms need food. ਹੁਣ ਦੂਸਰੀ ਗੱਲ ਦੇਖੋ,
ਜਦੋਂ ਤੁਸੀਂ ਸਭ ਤੋਂ ਪਹਿਲਾਂ ਸਕੂਲ 'ਚ ਦਾਖਲ ਹੋਏ ਸੀਗੇ, ਫਸਟ ਕਲਾਸ 'ਚ ਆਏ ਸੀਗੇ ਨਾ, ਤਾਂ ਕਿੰਨੇ ਛੋਟੇ ਜਿਹੇ ਸੀਗੇ। ਹੁਣ ਦੇਖੋ ਤੁਸੀਂ 6ਵੀਂ ਕਲਾਸ 'ਚ ਆ ਗਏ ਹੋ, ਨਵੇਂ ਸਕੂਲ 'ਚ, ਨਵੀਂ ਕਲਾਸ 'ਚ, ਕਿੰਨੇ ਵੱਡੇ ਹੋ ਗਏ। ਤੇ ਜਦੋਂ ਤੁਸੀਂ 10ਵੀਂ ਜਾਂ 12ਵੀਂ ਤੱਕ ਪਹੁੰਚਣਾ ਤੇ ਬਾਲਗ ਹੋਣਾ, ਤਾਂ ਆਪਣੀ ਲੰਬਾਈ ਦਾ ਵਾਧਾ ਦੇਖੋ। ਤੁਹਾਡੀ ਮੰਮੀ ਨੂੰ ਅਕਸਰ ਐਵੇਂ ਕਹਿੰਦੇ ਆ ਵੀ ਆਹ ਬੱਚਿਆਂ ਦੇ ਕੱਪੜੇ ਛੋਟੇ ਹੋ ਗਏ, ਵੀ ਇੱਥੇ ਮੰਮੀ ਥੋੜਾ ਜਿਹਾ ਠੀਕ ਨਹੀਂ ਬੋਲਦੇ ਹੈਗੇ। ਉਹ ਕਿਉਂ? ਵੀ ਮੰਮੀ ਨੂੰ ਇਹ ਨਹੀਂ ਪਤਾ ਵੀ ਕੱਪੜੇ ਤਾਂ ਜਿਹੜੇ ਹੈਗੇ ਆ ਉਹ ਨਿਰਜੀਵ ਨੇ, ਉਹ ਤਾਂ ਜਿੰਨੇ ਕਾਰ ਦੇ ਅੱਜ ਨੇ ਓਨੇ 10 ਸਾਲ ਬਾਅਦ ਹੋਣਗੇ। ਤਾਂ ਮੰਮੀ ਨੂੰ ਇਹ ਕਹਿਣਾ ਚਾਹੀਦਾ ਵੀ ਬੱਚੇ ਵੱਡੇ ਹੋ ਗਏ ਨੇ, ਵਾਧਾ ਤੇ ਵਿਕਾਸ ਹੋ ਗਿਆ। ਹੁਣ ਇਹ ਗੱਲ ਤੁਸੀਂ ਦੱਸਣੀ ਹੈ ਵੀ ਜਿਹੜੇ ਕੱਪੜੇ ਆ ਉਹ ਛੋਟੇ ਨਹੀਂ ਹੋਏ, ਅਸੀਂ ਵੱਧ ਗਏ ਆ। ਤੇ ਦੂਜੀ ਗੱਲ ਤਾਂ ਸਮਝ ਹੀ ਗਏ ਹੋਣਗੇ ਨਾ ਬੱਚਿਓ ਹੁਣ ਵੀ ਸੰਜੀਵਾਂ ਦਾ ਵਾਧਾ ਤੇ ਵਿਕਾਸ ਹੁੰਦਾ ਹੈ। ਤੇ ਇਹ ਗੱਲ ਬੱਚਿਓ ਪੌਦਿਆਂ ਤੇ ਵੀ ਲਾਗੂ ਹੁੰਦੀ ਹੈ। ਆਪਾਂ ਛੋਟਾ ਜਿਹਾ ਬੀਜ ਲਾਉਂਦੇ ਆ, ਉਹ ਤੋਂ ਫਿਰ ਛੋਟਾ ਜਿਹਾ ਪੌਦਾ ਨਿਕਲਦਾ ਹੈ, ਫਿਰ ਉਹ ਵੱਡਾ ਹੋ ਜਾਂਦਾ ਹੈ, ਘਣਾ ਦਰਖਤ ਬਣ ਜਾਂਦਾ ਹੈ, ਫੁੱਲ ਤੇ ਫਲ ਸੰਘਣੀ ਛਾਂ ਦਿੰਦਾ ਹੈ। ਤਾਂ ਥਰਡ ਪੁਆਇੰਟ ਹੈ ਵੀ ਇਹ ਥਰਡ ਪੁਆਇੰਟ ਦੱਸਣ ਤੋਂ ਪਹਿਲਾਂ ਨਾ ਵੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਹੈ ਵੀ ਰਸਤੇ 'ਚ ਨਾ ਮੈਂ ਇੱਕ ਕੁੱਤਾ ਸੁੱਤਾ ਪਿਆ ਦੇਖਿਆ। ਮੈਨੂੰ ਤਾਂ ਡਰ ਵੀ ਬੜਾ ਲੱਗਦਾ ਹਨਾ, ਜੇ ਕੱਟ ਲਏ ਤਾਂ ਦੇਖ ਲਓ ਫਿਰ ਟੀਕੇ ਕਿੰਨੇ ਲੱਗਦੇ ਆ। ਤਾਂ ਮੈਂ ਚੁੱਪ ਕਰਕੇ ਉਹਦੇ ਕੋਲੋਂ ਜਦੋਂ ਲੰਘਣ ਲੱਗੀ ਨਾ, ਤਾਂ ਉਹਦੇ ਦੇਖਿਆ ਵੀ ਉਹਦੇ ਪੇਟ ਦੇ ਉੱਪਰਲੇ ਹਿੱਸੇ 'ਚ ਨਾ ਗਤੀ ਹੋ ਰਹੀ ਹੈ, ਭਾਵ ਕਦੇ ਉੱਤੇ ਜਾ ਰਿਹਾ ਕਦੇ ਥੱਲੇ ਜਾ ਰਿਹਾ। ਤਾਂ ਬੱਚਿਓ ਉਹ ਇਸ ਲਈ ਸੀ ਕਿ ਸੰਜੀਵਾਂ ਦੇ ਵਿੱਚ ਸਾਹ ਕਿਰਿਆ ਹੁੰਦੀ ਹੈ, ਤੇ ਜਦੋਂ ਸੰਜੀਵ ਸਾਹ ਲੈਂਦੇ ਨੇ ਤਾਂ ਬਾਹਰ ਦੀ ਹਵਾ ਸਰੀਰ ਦੇ ਅੰਦਰ ਜਾਂਦੀ ਹੈ, ਤੇ ਅੰਦਰ ਗਈ ਹਵਾ ਵਿੱਚ ਆਕਸੀਜਨ ਗੈਸ ਦਾ ਉਪਯੋਗ ਹੁੰਦਾ ਹੈ। ਤੇ ਜਦੋਂ ਅਸੀਂ ਸਾਹ ਛੱਡਦੇ ਹਾਂ ਤਾਂ ਸਰੀਰ ਦੇ ਅੰਦਰੋਂ ਹਵਾ ਬਾਹਰ ਨਿਕਲ ਜਾਂਦੀ ਹੈ, ਤੇ ਅਸੀਂ ਸਾਹ ਦੁਆਰਾ ਕਾਰਬਨ ਡਾਈਆਕਸਾਈਡ ਗੈਸ ਬਾਹਰ ਕੱਢਦੇ ਹਾਂ। ਤੇ ਮਨੁੱਖੀ ਸਰੀਰ ਦੇ ਵਿੱਚ ਸਾਹ ਲੈਣ ਦੇ ਅੰਗ ਕਿਹੜੇ ਹੁੰਦੇ ਆ? ਫੇਫੜੇ। ਤੇ ਬੱਚਿਓ ਆਪਾਂ ਪਹਿਲਾਂ ਵੀ ਇਹ ਜਾਣ ਚੁੱਕੇ ਹਾਂ ਕਿ ਮੱਛੀ ਦੇ ਵਿੱਚ ਇਹ ਕੰਮ ਕਰਦੇ ਨੇ ਗਲਫੜੇ, ਯਾਨੀ ਕਿ ਗਿਲਸ। ਤੇ ਗੰਡੋਏ ਦੇ ਵਿੱਚ ਜਿਹੜੀ ਸਾਹ ਕਿਰਿਆ ਹੈ ਨਾ ਉਹ ਚਮੜੀ ਰਾਹੀਂ ਹੁੰਦੀ ਹੈ। ਤੇ ਪੌਦਿਆਂ ਦੇ ਵਿੱਚ ਵੀ ਸਾਹ ਕਿਰਿਆ ਹੁੰਦੀ ਹੈ ਪਤਾ। ਤੇ ਪੌਦਿਆਂ ਵਿੱਚ ਜਿਹੜੀ ਇਹ ਗੈਸਾਂ ਦੀ ਅਦਲਾ ਬਦਲੀ ਹੁੰਦੀ ਹੈ ਨਾ ਉਹ ਸਟੋਮੈਟਾ ਰਾਹੀਂ ਹੁੰਦੀ ਹੈ। ਹੁਣ ਸਟੋਮੈਟਾ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਜਿਹੜੇ ਸਟੋਮੈਟਾ ਹੁੰਦੇ ਆ ਇਹ ਪੱਤੇ ਦੀ ਸਤਹ ਤੇ ਮੌਜੂਦ ਛੋਟੇ ਛੋਟੇ ਛੇਕ ਹੁੰਦੇ ਆ, ਠੀਕ ਹੈ, ਜਿਨ੍ਹਾਂ ਰਾਹੀਂ ਗੈਸਾਂ ਦੀ ਅਦਲਾ ਬਦਲੀ ਹੁੰਦੀ ਹੈ। ਤਾਂ ਆਪਣਾ ਥਰਡ ਪੁਆਇੰਟ ਹੋ ਗਿਆ ਕਿ ਸੰਜੀਵ ਜਿਹੜੇ ਹੈਗੇ ਨੇ ਉਹ ਸਾਹ ਲੈਂਦੇ ਆ। ਤੇ ਬੇਟੇ ਨੈਕਸਟ ਪੁਆਇੰਟ ਯਾਨੀ ਕਿ ਫੋਰਥ ਪੁਆਇੰਟ ਕਿ ਸਾਰੇ ਸੰਜੀਵ ਉਤੇਜਨਾ ਵੱਲ ਅਨੁਕਿਰਿਆ ਕਰਦੇ ਨੇ। ਇਹੀ ਕਾਰਨ ਹੈ ਕਿ ਜੇ ਅਚਾਨਕ ਕਿਸੇ ਨੁਕੀਲੀ ਚੀਜ਼ ਤੇ ਸਾਡਾ ਪੈਰ ਰੱਖਿਆ ਜਾਵੇ ਨਾ ਤਾਂ ਅਸੀਂ ਇੱਕਦਮ ਪਿੱਛੇ ਖਿੱਚ ਲੈਂਦੇ ਹਾਂ, ਤੇ ਤੇਜ਼ ਰੋਸ਼ਨੀ ਜੇ ਅੱਖਾਂ 'ਚ ਪਏ ਤਾਂ ਆਪ ਮੁਹਾਰੀ ਸਾਡੀਆਂ ਅੱਖਾਂ ਬੰਦ ਹੋ ਜਾਂਦੀਆਂ। ਤੁਸੀਂ ਸਾਰਿਆਂ ਨੇ ਲਾਜ਼ਮਤੀ ਯਾਨੀ ਕਿ ਟੱਚ ਮੀ ਨੋਟ ਦਾ ਪੌਦਾ ਤਾਂ ਦੇਖਿਆ ਹੋਣਾ। ਜਦੋਂ ਆਪਾਂ ਹੱਥ ਲਾਉਂਦੇ ਆ ਜਾਂ ਕਿਸੇ ਵੀ ਚੀਜ਼ ਦੇ ਸੰਪਰਕ 'ਚ ਆਉਂਦਾ ਹੈ ਕਿ ਇਹਦੀਆਂ ਪੱਤੀਆਂ ਨਾ ਜਿਹੜੀਆਂ ਉਹ ਅਚਾਨਕ ਸੁੰਗੜ ਜਾਂਦੀਆਂ ਨੇ। ਤੇ ਇਹ ਸਾਰੀਆਂ ਉਦਾਹਰਨਾਂ ਹਨ ਉਤੇਜਨਾ ਵੱਲ ਪ੍ਰਤੀਕਿਰਿਆ ਕਰਨ ਦੀਆਂ। ਤਾਂ ਬੱਚਿਓ ਸੰਜੀਵਾਂ ਦੇ ਵਿੱਚ ਜਿੱਥੇ ਇਹ ਕਿਰਿਆਵਾਂ ਹੁੰਦੀਆਂ ਨੇ ਉੱਥੇ ਵਾਧੂ ਪਦਾਰਥਾਂ ਦਾ ਨਿਕਾਸ ਵੀ ਹੁੰਦਾ ਹੈ, ਤੇ ਇਸ ਕਿਰਿਆ ਨੂੰ ਕਹਿੰਦੇ ਆ ਆਪਾਂ ਮਲ ਨਿਕਾਸ। ਤੇ ਸਾਰੇ ਜਿਹੜੇ ਸੰਜੀਵ ਹੈ ਉਹ ਆਪਣੇ ਵਰਗੇ ਹੋਰ ਜੀਵ ਪੈਦਾ ਕਰਦੇ ਨੇ, ਭਾਵ ਉਹਨਾਂ ਦੇ ਵਿੱਚ ਪ੍ਰਜਨਨ ਹੁੰਦਾ ਹੈ। ਤੇ ਪੌਦੇ ਵੀ ਪ੍ਰਜਨਨ ਕਰਦੇ ਨੇ, ਬਹੁਤ ਸਾਰੇ ਪੌਦੇ ਬੀਜਾਂ ਦੁਆਰਾ ਪ੍ਰਜਨਨ ਕਰਦੇ ਨੇ, ਤੇ ਕੁਝ ਪੌਦੇ ਹੋਰ ਵੀ ਵਿਧੀਆਂ ਨਹੀਂ ਕਰਦੇ ਨੇ। ਜਿਵੇਂ ਆਪਾਂ ਗੁਲਾਬ ਦੀ ਐਗਜ਼ਾਮਪਲ ਲੈ ਸਕਦੇ ਹਾਂ, ਤੇ ਉਹ ਕਲਮ ਉਗਾ ਕੇ ਲਗਾਇਆ ਜਾਂਦਾ ਹੈ। ਸਾਰੇ ਪੌਦੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਂਦੇ ਨੇ। ਉਹਨਾਂ ਦੇ ਸਰੀਰ 'ਚ ਹੋਰ ਵੀ ਕਈ ਤਰ੍ਹਾਂ ਦੀਆਂ ਗਤੀਆਂ ਵੇਖਣ ਨੂੰ ਮਿਲਦੀਆਂ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਪੌਦੇ ਤਾਂ ਭੂਮੀ 'ਚ ਜਕੜੇ ਰਹਿੰਦੇ ਨੇ, ਉਹਨਾਂ 'ਚ ਗਤੀ ਕਿਵੇਂ ਹੋਏਗੀ? ਤਾਂ ਬੱਚਿਓ ਪੌਦੇ ਅੰਦਰ ਪਾਣੀ, ਖਣਿਜ ਤੇ ਪੌਦੇ ਦੁਆਰਾ ਤਿਆਰ ਕੀਤੇ ਗਏ ਭੋਜਨ ਦਾ ਸੰਚਾਰ ਇੱਕ ਭਾਗ ਤੋਂ ਦੂਜੇ ਭਾਗ ਤੱਕ ਹੁੰਦਾ ਹੈ। ਇਸ ਤੋਂ ਬਿਨਾਂ ਆਪਾਂ ਪੌਦੇ ਦੇ ਹੋਰ ਭਾਗਾਂ ਦੀ ਗਤੀ ਤੋਂ ਵੀ ਜਾਣੂ ਆ, ਜਿਵੇਂ ਫੁੱਲਾਂ ਦਾ ਖਿੜਨਾ ਤੇ ਬੰਦ ਹੋਣਾ। ਤੇ ਇੱਕ ਵਾਰ ਨਾ ਮੈਨੂੰ ਕਿਸੇ ਬੱਚੇ ਨੇ ਪੁੱਛਿਆ ਵੀ ਦੱਸੋ ਜੀ ਕਣਕ ਦੇ ਦਾਣਿਆਂ 'ਚ ਵੀ ਜੀਵਨ ਹੁੰਦਾ? ਤਾਂ ਮੈਂ ਉਹਨੂੰ ਕਿਹਾ ਵੀ ਐਂ ਕਰੀ ਕਣਕ ਦੀ ਭਰੀ ਬੋਰੀ 'ਚ ਨਾ ਹੱਥ ਪਾ ਕੇ ਦੇਖ ਲਈ। ਉਹ ਅਗਲੇ ਦਿਨ ਕਹਿੰਦਾ ਜੀ ਗਰਮ ਗਰਮ ਲੱਗ ਰਿਹਾ ਸੀ।
ਮੈਂ ਕਿਹਾ ਜੋ ਗਰਮੀ ਦਾ ਅਹਿਸਾਸ ਹੈ ਨਾ ਹੋਇਆ ਤੈਨੂੰ, ਉਹ ਬੀਜਾਂ ਦੀ ਸਾਹ ਪ੍ਰਕਿਰਿਆ ਕਾਰਨ ਪੈਦਾ ਹੋਇਆ। ਤਾਂ ਇਹ ਸੀ ਬੱਚਿਓ ਆਪਣਾ ਅੱਜ ਦਾ ਪਾਠ। ਤਾਂ ਹੁਣ ਮੈਂ ਇਹ ਕਹੂੰਗੀ ਵੀ ਬਦਲਦੇ ਪਰਿਵਰਤਨਾਂ ਨਾਲ ਇੱਕ ਮਿਕਤਾ ਬਣਾਈ, ਬਦਲਦੇ ਪਰਿਵਰਤਨਾਂ ਨਾਲ ਇੱਕ ਮਿਕਤਾ ਬਣਾਈ, ਚੁਗਿਰਦੇ ਨੇ ਸਾਨੂੰ ਗੱਲ ਸਮਝਾਈ, ਜਿਉਂਦੇ ਰਹਿਣ ਲਈ ਵਿਸ਼ੇਸ਼ ਵਿਵਸਥਾ ਅਪਣਾਓ, ਅਨੁਕੂਲ ਨਾਲ ਹੋਂਦ ਆਪਣੀ ਬਚਾਓ। ਤੇ ਇਹਨਾਂ ਸ਼ਬਦਾਂ ਨਾਲ ਹੀ ਮੈਨੂੰ ਦੇਵੋ ਇਜਾਜ਼ਤ। ਧੰਨਵਾਦ। ਫਿਰ ਵਿਦਿਆਰਥੀਓ, ਹੁਣੇ 6ਵੀਂ ਜਮਾਤ ਦੇ ਵਿਦਿਆਰਥੀ ਵਿਗਿਆਨ ਵਿਸ਼ੇ ਦੇ ਪਾਠ ਸਜੀਵ ਅਤੇ ਉਹਨਾਂ ਦਾ ਚੌਗਿਰਦਾ ਬਾਰੇ ਜਾਣਕਾਰੀ ਹਾਸਲ ਕਰ ਰਹੇ ਸਨ। ਅਧਿਆਪਕਾ ਬੀਬਾ ਸੋਨੀਆ ਚਹਿਲ ਕੋਲੋਂ।